इसमें डाला जाता, हाँ जी, जो आटा कौन कहता है इस मशीन में इधर डाला जाता है। अच्छा जी। फिर यहाँ से पेड़े निकलते हैं, ये ब्लेड पेड़ों को काटता है। अच्छा जी। वो पेड़े इस पे दोस्तों, कोई भी धर्म अपनी ऊंचाइयों को तब छूता है जब लोगों की मदद, लोगों की सहायता को सर्वप्रथम प्राथमिकता दी जाए, और सिख धर्म इसी का परिचित है। कोरोना जैसी महामारी में जब हर जगह से केवल दवाइयों की कम होने की, भोजन ना मिलने की और एम्बुलेंस सुविधाएं जैसी बहुत सारी समस्याएं केवल सुनाई दे रही थी, यानी कि नकारात्मकता का एक परिवेश पल रहा था, उस समय इन्हीं गुरुद्वारों से एक सकारात्मक लहर दौड़ रही थी। चाहे लोगों को भोजन पहुंचाना हो, चाहे दवाइयाँ पहुंचाना हो, एम्बुलेंस जैसी सुविधाओं से लेकर और बहुत सारी सुविधाएं इन्हीं गुरुद्वारों के द्वारा दी जा रही थी। दोस्तों, आज मैं मौजूद हूं कुरुक्षेत्र के 6वीं पातशाही गुरुद्वारे में, और यहाँ दिखाएंगे और बात करेंगे किस तरह से कोरोना जैसी विकट परिस्थिति में इस गुरुद्वारे ने कुरुक्षेत्र में लोगों की सहायता की, लोगों तक भोजन पहुँचाया, और जानेंगे किस तरह की व्यवस्थाएं हैं। चलिए जी। Storybox Audio. Storybox Audio. दोस्तों, इस समय मेरे साथ मौजूद हैं गुरुद्वारा पंचछेवी के ग्रंथी श्री सुच्चा सिंह जी, और उनसे बात करेंगे कि क्या कुछ इतिहास रहा है यहाँ का, और कोरोना जैसी विकट परिस्थिति में जब लोगों की रसोइयाँ तक सही से नहीं चल पा रही थी, और मैं देख रहा था क्योंकि मैं कुरुक्षेत्र का वासी हूँ, तो इस गुरुद्वारे से हर संभव सहायता लोगों तक पहुँचाई जा रही थी। तो बात करेंगे जी। सर, बताएंगे आप इसके बारे में? वाहिगुरु जी का खालसा, वाहिगुरु जी की फतेह। गुरु प्यारी साध संगत जी, ये पावन ਸਥਾਨ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਮੀਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਸਥਾਨ ਹੈ। ਜਿਸ ਵਕਤ ਸਤਿਗੁਰੂ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਪਾਵਨ ਸਥਾਨ 'ਤੇ ਵਾਪਸ ਗਏ, ਅਤੇ ਉਸ ਸਮੇਂ ਇਸ ਸਥਾਨ 'ਤੇ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਚਰਨ ਪਾਏ, ਅਤੇ ਜਦੋਂ ਨਾਨਕ ਮਤਾ ਸਾਹਿਬ ਸਿੱਧਾਂ ਵੱਲੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸਥਾਨ ਦੀ ਬੇਅਦਬੀ ਕੀਤੀ ਜਾ ਰਹੀ ਸੀ, ਅਤੇ ਉਸ ਵਕਤ ਭਾਈ ਅਲਮਸਤ ਜੀ ਨੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ। ਸੋ ਉਸ ਵਕਤ ਵੀ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਸ ਵਕਤ ਨਾਨਕ ਮਤਾ ਸਾਹਿਬ ਜਾ ਰਹੇ ਸਨ, ਉਸ ਵਕਤ ਵੀ ਸਤਿਗੁਰੂ ਮਹਾਰਾਜ ਜੀ ਨੇ ਇਸ ਪਾਵਨ ਸਥਾਨ 'ਤੇ ਚਰਨ ਪਾਏ। ਸੋ ਇਨ ਵਿਧ 2 ਵਾਰੀ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਸ ਪਾਵਨ ਸਥਾਨ 'ਤੇ ਆਪਣੇ ਮੁਬਾਰਕ ਚਰਨ ਪਾਏ। ਸੋ ਇਹ ਪਾਵਨ ਸਥਾਨ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਸਥਾਨ ਹੈ। ਇਸ ਸਥਾਨ 'ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰ 'ਤੇ ਸੰਗਤਾਂ ਨਕਮਸਤਕ ਹੁੰਦੀਆਂ ਨੇ ਵੱਡੀ ਗਿਣਤੀ ਦੇ ਵਿੱਚ, ਅਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕਰਦੀਆਂ ਨੇ। ਉਹਨਾਂ ਦੇ ਦੁੱਖ ਰੋਗ ਕੱਟੇ ਜਾਂਦੇ ਨੇ, ਅਤੇ ਜੋ ਉਹਨਾਂ ਦੀਆਂ ਮਨ ਦੀਆਂ ਇੱਛਾਵਾਂ ਨੇ ਸਤਿਗੁਰੂ ਮਹਾਰਾਜ ਜੀ ਸੰਪੂਰਨ ਕਰਦੇ ਨੇ। ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਜਿਸ ਵਕਤ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਆਉਂਦਾ ਹੈ, ਜੋ ਕਿ ਹੁਣ 26 ਜੂਨ ਨੂੰ ਆ ਰਿਹਾ ਹੈ। ਸੋ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਅਤੇ ਹਿੰਦੁਸਤਾਨ ਦੇ ਸਮੁੱਚੇ ਹੀ ਸਟੇਟਾਂ ਦੇ ਵਿੱਚੋਂ ਇਸ ਪਾਵਨ ਸਥਾਨ 'ਤੇ ਆ ਕਰਕੇ ਸ਼੍ਰੀ ਅਖੰਡ ਪਾਠ ਸਾਹਿਬ ਦੀਆਂ ਸੇਵਾ ਲੈਂਦੀਆਂ ਨੇ। ਸੋ ਇਨ ਬਿਧ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਇਹਨਾਂ ਦਿਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚਦੀ ਹੈ। ਸੋ ਜਿਵੇਂ ਕਿ ਆਪ ਨੂੰ ਪੱਤਰਕਾਰ ਜੀ ਕਹਿ ਰਹੇ ਸਨ, ਜਿਸ ਵਕਤ ਕੋਵਿਡ ਦਾ ਸਮਾਂ ਆਇਆ ਅਤੇ ਜਿੱਥੇ ਸਾਰੇ ਹੀ ਸੰਸਾਰ ਦੇ ਵਿੱਚ ਭੁੱਖਮਰੀ ਮੱਚ ਗਈ, ਅਤੇ ਕੁਰੂਕਸ਼ੇਤਰ ਦਾ ਜੋ ਇਲਾਕਾ ਹੈ ਇੱਥੇ ਵਿਸ਼ੇਸ਼ ਤੌਰ 'ਤੇ ਬਹੁਤ ਜ਼ਿਆਦਾ ਤਰਾਸਦੀ ਆਈ, ਅਤੇ ਉਸ ਵਕਤ ਜਦੋਂ ਕਿਤੇ ਵੀ ਕੋਈ ਆਪਣੇ ਪਰਿਵਾਰ ਦੇ ਜੀਅ ਨੂੰ ਵੀ ਸਾਰ ਸੰਭਾਲ ਨਹੀਂ ਕਰ ਰਿਹਾ ਸੀ, ਅਤੇ ਚਾਰੇ ਪਾਸੇ ਭੁੱਖਮਰੀ ਮੱਚੀ ਸੀ, ਅਤੇ ਉਸ ਵਕਤ ਵੀ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਪਾਵਨ ਸਥਾਨ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਤੋਂ, ਜੋ ਕਿ ਇੱਥੋਂ ਦਾ ਪ੍ਰਸ਼ਾਸਨ ਹੈ ਕੁਰੂਕਸ਼ੇਤਰ ਸ਼ਹਿਰ ਦਾ, ਉਸ ਪ੍ਰਸ਼ਾਸਨ ਦੇ ਆਗ੍ਰਹਿ ਕਰਨ 'ਤੇ ਵੀ, ਅਤੇ ਵੈਸੇ ਵੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਰ ਕਰ ਦੀ ਇਹ ਰੀਤ ਹੈ ਕਿ ਜਿੱਥੇ ਵੀ ਕੋਈ ਗਰੀਬ, ਕੋਈ ਲੋੜਵੰਦ ਵਿਖੇ,
ਤੇ ਉਹ ਗੁਰੂ ਦੀ ਗੋਲਕ ਦੇ ਸਮਾਨ ਜਾਣਨਾ ਹੈ। ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਖ ਕੌਮ ਦੇ ਵਿੱਚ ਭਾਵਨਾ ਸਪਿਰਿਟ ਐਸੀ ਭਰੀ ਹੈ ਕਿ ਜਦੋਂ ਵੀ ਕਿਤੇ ਲੋੜ ਪਵੇ, ਕੋਈ ਭੀੜ, ਕੋਈ ਆਪਦਾ ਦਾ ਸਮਾਂ ਹੋਵੇ, ਤੇ ਜਿਹੜੀ ਸਿੱਖ ਕੌਮ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਦੀ ਬਹੁਤ ਵੱਧ ਚੜ੍ਹ ਕੇ ਉੱਥੇ ਲੋਕਾਈ ਦੀ ਸੇਵਾ ਕਰਦੀ ਹੈ। ਸੋ ਕੋਵਿਡ ਦੇ ਸਮੇਂ ਦੌਰਾਨ ਵੀ ਇਸੇ ਪ੍ਰਕਾਰ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਤੋਂ ਸਮੁੱਚੇ ਕੁਰੂਕਸ਼ੇਤਰ ਸ਼ਹਿਰ ਦੇ ਵਿੱਚ ਹੀ ਨਹੀਂ, ਬਲਕਿ ਆਲੇ ਦੁਆਲੇ ਦੇ ਜੋ ਪਿੰਡ ਵੀ ਪੈਂਦੇ ਨੇ, ਪਿੰਡਾਂ ਦੇ ਵਿੱਚ ਵੀ ਤੇ ਉਹਨਾਂ ਇਲਾਕਿਆਂ ਦੇ ਵਿੱਚ ਵੀ ਜਿੱਥੇ ਪਹੁੰਚਣਾ ਬੜਾ ਬਿਖਮ ਬੜਾ ਔਖਾ ਹੈ, ਉੱਥੇ ਵੀ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਤੋਂ ਲੰਗਰ ਦੀ ਸੁਵਿਧਾ ਪਹੁੰਚਾਈ ਗਈ। ਜੋ ਵੀ ਦਸਤ ਬਸਤ ਦੀ, ਕੱਪੜਿਆਂ ਦੀ, ਕਿਸੇ ਪ੍ਰਕਾਰ ਦੀ ਵੀ ਕੋਈ ਲੋੜ ਸੀ, ਪਾਣੀ ਆਦਿਕ ਦੀ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਸੀ, ਦਵਾਈ ਆਦਿਕ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੋਂ ਦੇ ਮਾਨਯੋਗ ਪ੍ਰਧਾਨ ਬੀਬੀ ਜਗੀਰ ਕੌਰ ਜੀ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਡੇ ਮੈਂਬਰ ਸਰਦਾਰ ਹਰਭਜਨ ਸਿੰਘ ਜੀ ਮਸਾਣਾ ਸਾਹਿਬ, ਅੰਤਰਿਮ ਕਮੇਟੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਨੇ ਸਮੁੱਚੀ ਟੀਮ ਨਾਲ, ਸਮੁੱਚੇ ਸਟਾਫ ਨਾਲ ਰਲ ਮਿਲ ਕਰਕੇ ਉਦਮ ਕਰਕੇ ਹਰੇਕ ਜਗ੍ਹਾ ਤੇ ਲੰਗਰ ਪਾਣੀ ਦੀ ਸੇਵਾ ਨਿਭਾਈ। ਹਰੇਕ ਜਗ੍ਹਾ ਤੇ ਜਿੱਥੇ ਕਿਸੇ ਨੂੰ ਲੋੜ ਸੀ, ਗਰੀਬ ਗੁਰਬੇ ਨੂੰ ਉੱਥੇ ਲੰਗਰ ਪਹੁੰਚਿਆ ਲੋੜਵੰਦ ਨੂੰ। ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਤੇ ਗੁਰੂ ਮਹਾਰਾਜ ਜੀ ਦੀ ਕਿਰਪਾ ਹੈ, ਜਿੱਥੇ ਜਿੱਥੇ ਵੀ ਭੀੜ ਪੈਂਦੀ ਹੈ ਸਿੱਖ ਕੌਮ ਉੱਥੇ ਪਹੁੰਚਦੀ ਹੈ। ਭਾਵੇਂ ਹੁਣ ਪਿੱਛੇ ਅਜੋਕਾ ਸਮਾਂ ਆਇਆ ਜਦੋਂ ਹਸਪਤਾਲਾਂ ਦੇ ਵਿੱਚ ਬੈੱਡ ਨਹੀਂ ਰਹੇ, ਤੇ ਸਿੱਖਾਂ ਨੇ ਮਹਾਰਾਜ ਨੇ ਐਸੀ ਕਿਰਪਾ ਕੀਤੀ ਵੀ ਗੁਰਦੁਆਰਿਆਂ ਨੂੰ ਹੀ ਹਸਪਤਾਲਾਂ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ। ਬੈੱਡਾਂ ਦੀ ਸੁਵਿਧਾ ਲੰਗਰ ਹਾਲਾਂ ਦੇ ਵਿੱਚ ਕੀਤੀ ਗਈ, ਤੇ ਜਿੱਥੇ ਰਿਹਾਇਸ਼ੀ ਏਰੀਏ ਸੰਸਰਾਵਾਂ ਦੇ ਵਿੱਚ ਵੀ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਹਸਪਤਾਲਾਂ ਨੂੰ ਤਬਦੀਲ ਕਰ ਦਿੱਤਾ ਗਿਆ, ਭਾਵ ਕਿ ਬੈੱਡ ਦੀ ਸੁਵਿਧਾ ਮੁਹੱਈਆ ਕਰਾਈ ਗਈ। ਤੇ ਪਿੱਛੇ ਜਦੋਂ ਆਕਸੀਜਨ ਦੀ ਤਰਾਸਦੀ ਆਈ, ਕਿਤੇ ਆਕਸੀਜਨ ਨਹੀਂ ਮਿਲਦੀ ਸੀ, ਕਾਲਾ ਬਾਜ਼ਾਰੀ ਮਿਲ ਗਈ ਚਾਰੇ ਪਾਸੇ ਆਕਸੀਜਨ ਕਰਕੇ। ਸੋ ਉਸ ਵਕਤ ਵੀ ਸਤਿਗੁਰੂ ਮਹਾਰਾਜ ਜੀ ਦੀ ਐਸੀ ਮਿਹਰ ਕਿ ਸਿੱਖਾਂ ਨੇ ਜੋ ਆਕਸੀਜਨ ਲੋਕੀ ਮੁੱਲ ਖਰੀਦ ਰਹੇ ਸਨ, ਉਹ ਸਿੱਖਾਂ ਨੇ ਲੰਗਰ ਲਾ ਦਿੱਤੇ ਫਰੀ ਦੇ। ਇਹ ਕੀ ਗੁਰੂ ਮਹਾਰਾਜ ਜੀ ਦੀ ਮਿਹਰ ਹੈ। ਤੇ ਸਤਿਗੁਰੂ ਸਾਹਿਬ ਦੀ ਮਿਹਰ ਦੇ ਸਦਕਾ ਹੀ ਸਿੱਖ ਕੌਮ ਇੰਨੀ ਚੜ੍ਹਦੀ ਕਲਾ ਦੇ ਵਿੱਚ ਹੈ। ਔਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਸਿਧਾਂਤ ਹੈ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ, ਕਿ ਮਨੁੱਖ ਕੋਈ ਵੀ ਹੈ, ਭਾਵੇਂ ਸਿੱਖ ਹੈ, ਭਾਵੇਂ ਹਿੰਦੂ ਹੈ, ਭਾਵੇਂ ਈਸਾਈ ਹੈ, ਭਾਵੇਂ ਮੁਸਲਮਾਨ ਹੈ, ਜੈਨੀ, ਬੋਧੀ, ਪਾਰਸੀ, ਕੋਈ ਵੀ ਹੈ, ਸਭ ਉਹ ਪਰਮਾਤਮਾ ਦੇ ਬੱਚੇ ਨੇ। ਤੇ ਸਭ ਦੇ ਵਿੱਚ ਪਰਮਾਤਮਾ ਦੀ ਜੋਤ ਜਾਣ ਕੇ ਉਹਨਾਂ ਦੀ ਸੇਵਾ ਕਰੋ। ਤੇ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਨੇ ਸਿੱਖ ਕੌਮ ਹਰੇਕ ਵਕਤ ਸੇਵਾ ਦੀ ਭਾਵਨਾ ਦੇ ਨਾਲ ਇਸ ਸੰਸਾਰ ਦੇ ਵਿੱਚ ਵਿਚਰਦੀ ਏ। ਕੇਵਲ ਹਿੰਦੁਸਤਾਨ ਦੀ ਧਰਤੀ ਤੇ ਨਹੀਂ, ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਨਾਈਜੀਰੀਆ, ਸੀਰੀਆ, ਜਿੱਥੇ ਬੜਾ ਦੁਰਗਮ ਹੈ ਪਹੁੰਚਣਾ, ਤੇ ਜਿੱਥੇ ਜੰਗ ਯੁੱਧ ਵੀ ਚੱਲਦੇ ਰਹਿੰਦੇ ਨੇ, ਉੱਥੇ ਵੀ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਸਿੱਖ ਕੌਮ ਪਹੁੰਚਦੀ ਹੈ। ਇਹ ਮਹਾਰਾਜ ਜੀ ਦੀ ਕਿਰਪਾ ਹੈ। ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ। ਇਸੇ ਪ੍ਰਕਾਰ ਭਾਵੇਂ ਅਨੇਕਾਂ ਵਾਰੀ ਯਤਨ ਕੀਤਾ ਗਿਆ, ਸਿੱਖਾਂ ਦੇ ਖਿਲਾਫ ਸਾਜ਼ਿਸ਼ਾਂ ਵੀ ਹੋਈਆਂ, ਸਿੱਖ ਕੌਮ ਨੂੰ ਖਤਮ ਕਰਨ ਦਾ ਯਤਨ ਵੀ ਕੀਤਾ ਗਿਆ, ਪਰ ਫਿਰ ਵੀ ਮਹਾਰਾਜ ਜੀ ਦੀ ਕਿਰਪਾ, ਇਹ ਭਾਵਨਾ ਦੇ ਸਦਕਾ ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ। ਸੋ ਸਤਿਗੁਰੂ ਸਾਹਿਬ ਕਿਰਪਾ ਕਰਨ, ਇਸੇ ਪ੍ਰਕਾਰ ਸਮੁੱਚੇ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖਣ, ਤੇ ਇਸੇ ਪ੍ਰਕਾਰ ਸਮੁੱਚਾ ਪੰਥ ਸਮੁੱਚੇ ਸੰਸਾਰ ਦੀ ਸੇਵਾ ਕਰਦਾ ਰਹੇ। ਸੋ ਸਤਿਗੁਰੂ ਸਾਹਿਬ ਕਿਰਪਾ ਕਰਨ। ਇਹ ਸੀ ਪਾਵਨ ਇਤਿਹਾਸ। ਅਤੇ ਅਜੋਕਾ ਜਿਹੜਾ ਸਮਾਂ ਚੱਲ ਰਿਹਾ ਕਿਸਾਨੀ ਮੋਰਚਾ ਵੀ, ਉਹਦੇ ਵਿੱਚ ਵੀ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਆਪ ਦੇਖ ਸਕਦੇ ਹੋ ਕਿਵੇਂ ਸਿੱਖ ਸੰਸਥਾਵਾਂ, ਸਿੱਖ ਕੌਮ ਬਾਰਡਰ 'ਤੇ ਬੈਠੀ ਵੀ ਸੇਵਾ ਕਰ ਰਹੀ ਹੈ। ਹਰੇਕ ਜਗ੍ਹਾ ਜਿੱਥੇ ਹੱਕ ਤੇ ਸੱਚ ਦੀ ਗੱਲ ਹੋਵੇਗੀ, ਉੱਥੇ ਸਿੱਖ ਕੌਮ ਅੱਗੇ ਵੱਧ ਚੜ੍ਹ ਕੇ ਸੇਵਾ ਨਿਭਾਏਗੀ। ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, वाहिगुरु जी की फतेह। बहुत बहुत धन्यवाद सुच्चा सिंह जी। जैसा बताया कि ईश्वर के द्वारा उस बनाए गए यहाँ पे, चाहे कोई हिंदू है, मुस्लिम है, सभी उस ईश्वर के हम बच्चे हैं। और चाहे कोई अर्श का हो और चाहे फर्श का हो, सभी यहाँ पे इक्वल हैं, समान हैं। आपका बहुत बहुत धन्यवाद। तो इस समय मैं रसोई के अंदर मौजूद हूँ और मेरे साथ सेवादार सोनू सिंह जी हैं। पूछेंगे उनसे कि किस तरह की भोजन व्यवस्था यहाँ होती है और क्या बताना चाहेंगे जो मशीनें रखी हैं, आप क्या कहना चाहेंगे? वाहिगुरू जी खालसा वाहिगुरू जी फतेह। ऐसा जी पीछे मशीन है, वो आटा गूंथती है। जो आटा गूंथ के आता है इधर इसमें डाला जाता है। हाँ जी, जो आटा गूंथ के आता है इस मशीन में इधर डाला जाता है। अच्छा जी। फिर यहाँ से पेड़े निकलते हैं, ये ब्लेड पेड़ों को काटता है। अच्छा जी। वो पेड़े इस पे आकर मशीन के पटे के ऊपर यहाँ से निकल कर इधर बेले जाते हैं, इधर निकल कर बेल के इस तरह जाते हैं। अच्छा। फिर आगे बड़े बेल के रोटी आगे इस पे गिरती है। फिर ये
नीचे गैस से जलती है, इस पे आग होती है, इस पे रोटियां फिर आके ऐसे चलती जाती है, ये नीचे से ऐसे घूमी जाती है ठीक बस। ठीक है। और फिर यहाँ तो यहाँ से रोटी निकलती है। निकलती है जी। तो कितनी क्या व्यवस्था, 1 घंटे में कितनी रोटी निकल जाती हैं? 1 घंटे में ढाई एक कितनी रोटी निकल जाती 1 है? घंटे में 2,500 रोटी निकल जाती है। रोटी निकल जाती है। जैसे अभी मशीन में मैं कह रहा हूँ कि चल नहीं रहे, शायद लंगर में इतने लोग नहीं आए हुए हैं, तो नहीं इसलिए। नहीं, लंगर सुबह का हमें मालूम होता है ना, कितना बंदा कितने बजे तक आएगा, उतना हम पका के डबल रख देते हैं। अच्छा, आप ये रखा हुआ है। रखा हुआ है। तो